संत मरकुस दी अंजील अध्याय 4 ਤਮਸੀਲਾਂ ਵਿੱਚ ਸਿੱਖਿਆ। ਸਮੁੰਦਰ ਦੇ ਕਿਨਾਰੇ ਯੀਸ਼ੂ ਫਿਰ ਸਿੱਖਿਆ ਦੇਣ ਲੱਗਾ। ਇੱਕ ਵੱਡੀ ਭੀੜ ਉਸ ਦੇ ਕੋਲ ਇਕੱਠੀ ਹੋ ਗਈ। ਇਸ ਲਈ ਉਹ ਸਮੁੰਦਰ ਵਿੱਚ ਇੱਕ ਕਿਸ਼ਤੀ ਤੇ ਚੜ੍ਹ ਕੇ ਉਸ ਵਿੱਚ ਬੈਠ ਗਿਆ, ਜਦੋਂ ਕਿ ਸਾਰੀ ਭੀੜ ਸਮੁੰਦਰ ਦੇ ਕਿਨਾਰੇ ਧਰਤੀ ਉੱਤੇ ਰਹੀ। ਉਸਨੇ ਉਹਨਾਂ ਨੂੰ ਤਮਸੀਲਾਂ ਵਿੱਚ ਬਹੁਤ ਸਾਰੀਆਂ ਗੱਲਾਂ ਸਿਖਾਈਆਂ। ਬੀਜ ਬੀਜਣ ਵਾਲੇ ਦੀ ਤਮਸੀਲ। ਉਸਨੇ ਆਪਣੀਆਂ ਸਿੱਖਿਆਵਾਂ ਵਿੱਚ ਉਹਨਾਂ ਨੂੰ ਕਿਹਾ, ਸੁਣੋ, ਇੱਕ ਬੀਜਣ ਵਾਲਾ ਬੀਜ ਬੀਜਣ ਲਈ ਗਿਆ। ਬੀਜਦੇ ਸਮੇਂ ਕੁਝ ਬੀਜ ਰਾਹ ਤੇ ਡਿੱਗ ਪਿਆ ਅਤੇ ਪੰਛੀਆਂ ਨੇ ਆ ਕੇ ਉਸ ਨੂੰ ਚੁੱਗ ਲਿਆ। ਕੁਝ ਬੀਜ ਪਥਰੀਲੀ ਜ਼ਮੀਨ ਵਿੱਚ ਡਿੱਗਾ, ਜਿੱਥੇ ਉਸ ਲਈ ਜ਼ਿਆਦਾ ਮਿੱਟੀ ਨਹੀਂ ਸੀ ਅਤੇ ਉਹ ਛੇਤੀ ਉੱਗ ਪਿਆ, ਕਿਉਂ ਜੋ ਉਸ ਥਾਂ ਦੀ ਮਿੱਟੀ ਡੂੰਘੀ ਨਹੀਂ ਸੀ। ਨਾਲ ਹੀ ਜਦੋਂ ਸੂਰਜ ਚੜ੍ਹਿਆ ਤਾਂ ਉਹ ਝੁਲਸ ਗਿਆ ਅਤੇ ਜੜ ਨਾ ਹੋਣ ਕਰਕੇ ਉਹ ਸੁੱਕ ਗਿਆ। ਕੁਝ ਬੀਜ ਕੰਡਿਆਂ ਵਿੱਚ ਡਿੱਗਾ ਅਤੇ ਕੰਡਿਆਂ ਨੇ ਵੱਡੇ ਹੋ ਕੇ ਉਸ ਨੂੰ ਦਬਾ ਲਿਆ ਅਤੇ ਉਸਨੇ ਕੋਈ ਦਾਣੇ ਪੈਦਾ ਨਾ ਕੀਤੇ। ਕੁਝ ਬੀਜ ਚੰਗੀ ਜ਼ਮੀਨ ਵਿੱਚ ਡਿੱਗਾ ਅਤੇ ਉਹ ਉੱਗਿਆ, ਵੱਡਾ ਹੋਇਆ ਅਤੇ 30 ਗੁਣਾ, 60 ਗੁਣਾ ਅਤੇ 100 ਗੁਣਾ ਦਾਣੇ ਪੈਦਾ ਕੀਤੇ। ਉਸਨੇ ਕਿਹਾ, ਜਿਸ ਦੇ ਸੁਣਨ ਦੇ ਕੰਨ ਹੋਣ ਉਹ ਸੁਣ ਲਵੇ। ਤਮਸੀਲਾਂ ਦਾ ਮਕਸਦ। ਜਦੋਂ ਉਹ ਇਕੱਲਾ ਸੀ ਤਾਂ ਜਿਹੜੇ ਲੋਕ 12 ਦੇ ਨਾਲ ਉਸ ਦੇ ਕੋਲ ਸਨ, ਉਹਨਾਂ ਨੇ ਤਮਸੀਲਾਂ ਬਾਰੇ ਉਸ ਨੂੰ ਪੁੱਛਿਆ। ਉਸਨੇ ਉਹਨਾਂ ਨੂੰ ਕਿਹਾ, ਖੁਦਾ ਦੇ ਰਾਜ ਦਾ ਭੇਦ ਤੁਹਾਨੂੰ ਦਿੱਤਾ ਗਿਆ ਹੈ, ਪਰ ਜੋ ਬਾਹਰ ਹਨ ਉਹਨਾਂ ਲਈ ਸਭ ਕੁਝ ਤਮਸੀਲਾਂ ਵਿੱਚ ਹੈ, ਤਾਂ ਜੋ ਉਹ ਵੇਖਣ ਤਾਂ ਜ਼ਰੂਰ ਪਰ ਪਹਿਚਾਨ ਨਾ ਸਕਣ, ਅਤੇ ਸੁਣਨ ਤਾਂ ਜ਼ਰੂਰ ਪਰ ਨਾ ਸਮਝਣ, ਕਿਤੇ ਇਹ ਨਾ ਹੋਵੇ ਕਿ ਉਹ ਮੁੜ ਆਉਣ ਅਤੇ ਮਾਫ਼ ਕੀਤੇ ਜਾਣ। ਬੀਜਣ ਵਾਲੇ ਦੀ ਤਮਸੀਲ ਦਾ ਅਰਥ। ਉਸਨੇ ਉਹਨਾਂ ਨੂੰ ਕਿਹਾ, ਕੀ ਤੁਸੀਂ ਇਹ ਤਮਸੀਲ ਨਹੀਂ ਸਮਝਦੇ ਹੋ? ਫਿਰ ਤੁਸੀਂ ਸਭ ਤਮਸੀਲਾਂ ਕਿਸ ਤਰ੍ਹਾਂ ਸਮਝੋਗੇ? ਬੀਜਣ ਵਾਲਾ ਵਚਨ ਬੀਜਦਾ ਹੈ। ਰਾਹ ਕਿਨਾਰੇ ਜਿੱਥੇ ਵਚਨ ਬੀਜਿਆ ਗਿਆ ਹੈ, ਉਹ ਲੋਕ ਹਨ ਜਿਨ੍ਹਾਂ ਦੇ ਸੁਣਦੇ ਹੀ ਸ਼ੈਤਾਨ ਆ ਕੇ ਉਸ ਵਚਨ ਨੂੰ ਲੈ ਜਾਂਦਾ ਹੈ ਜੋ ਉਹਨਾਂ ਵਿੱਚ ਬੀਜਿਆ ਗਿਆ ਹੈ। ਇਸੇ ਤਰ੍ਹਾਂ ਪਥਰੀਲੀ ਜ਼ਮੀਨ ਵਿੱਚ ਬੀਜੇ ਗਏ ਬੀਜ ਉਹ ਲੋਕ ਹਨ ਜੋ ਵਚਨ ਸੁਣਦੇ ਹੀ ਉਸ ਨੂੰ ਖੁਸ਼ੀ ਨਾਲ ਸਵੀਕਾਰ ਕਰ ਲੈਂਦੇ ਹਨ, ਪਰ ਉਹਨਾਂ ਦੀ ਜੜ ਨਹੀਂ ਹੁੰਦੀ ਅਤੇ ਉਹ ਥੋੜ੍ਹੀ ਦੇਰ ਦੇ ਲਈ ਕਾਇਮ ਰਹਿੰਦੇ ਹਨ। ਫਿਰ ਜਦੋਂ ਵਚਨ ਦੇ ਕਾਰਨ ਸੰਕਟ ਜਾਂ ਅਤਿਆਚਾਰ ਹੁੰਦਾ ਹੈ ਤਾਂ ਉਹ ਛੇਤੀ ਹੀ ਛੱਡ ਜਾਂਦੇ ਹਨ। ਅਤੇ ਹੋਰ ਜੋ ਕੰਡਿਆਂ ਵਿੱਚ ਬੀਜੇ ਗਏ ਉਹ ਲੋਕ ਹਨ ਜੋ ਵਚਨ ਸੁਣਦੇ ਹਨ, ਪਰ ਸੰਸਾਰ ਦੀਆਂ ਚਿੰਤਾਵਾਂ ਅਤੇ ਧਨ ਦਾ ਮੋਹ ਅਤੇ ਹੋਰ ਚੀਜ਼ਾਂ ਦਾ ਲੋਭ ਆ ਕੇ ਵਚਨ ਨੂੰ ਦਬਾ ਦਿੰਦਾ ਹੈ ਅਤੇ ਉਹ ਫਲਦਾ ਨਹੀਂ। ਪਰ ਬੀਜ ਜੋ ਚੰਗੀ ਜ਼ਮੀਨ ਵਿੱਚ ਬੀਜੇ ਗਏ ਉਹ ਹਨ ਜੋ ਵਚਨ ਸੁਣਦੇ ਹਨ ਅਤੇ ਉਸ ਨੂੰ ਸਵੀਕਾਰ ਕਰਦੇ ਹਨ ਅਤੇ ਫਲ ਪੈਦਾ ਕਰਦੇ ਹਨ, ਕੋਈ 30 ਗੁਣਾ, ਕੋਈ 60 ਗੁਣਾ ਅਤੇ ਕੋਈ 100 ਗੁਣਾ। ਦੀਵੇ ਦੀ ਸਹੀ ਥਾਂ ਸਹੀ ਮਾਪ ਤੋਲ। ਉਸਨੇ ਉਹਨਾਂ ਨੂੰ ਕਿਹਾ, ਕੀ ਦੀਵਾ ਪੀਪੇ ਥੱਲੇ ਜਾਂ ਮੰਜੇ ਥੱਲੇ ਰੱਖਣ ਲਈ ਅੰਦਰ ਲਿਆਇਆ ਜਾਂਦਾ ਹੈ ਅਤੇ ਦਿਵਾਖੇ ਉੱਤੇ ਰੱਖਣ ਲਈ ਨਹੀਂ? ਕਿਉਂਕਿ
ਕੁਝ ਵੀ ਲੁਕਿਆ ਨਹੀਂ ਹੈ ਜੋ ਪ੍ਰਗਟ ਨਹੀਂ ਕੀਤਾ ਜਾਵੇਗਾ, ਨਾ ਹੀ ਕੁਝ ਗੁਪਤ ਹੈ ਜੋ ਚਾਨਣ ਵਿੱਚ ਲਿਆਂਦਾ ਨਹੀਂ ਜਾਵੇਗਾ। ਜੇਕਰ ਕਿਸੇ ਦੇ ਸੁਣਨ ਦੇ ਕੰਨ ਹੋਣ ਤਾਂ ਉਹ ਸੁਣ ਲਵੇ। ਉਸਨੇ ਉਹਨਾਂ ਨੂੰ ਕਿਹਾ, ਜੋ ਤੁਸੀਂ ਸੁਣਦੇ ਹੋ ਉਸ 'ਤੇ ਧਿਆਨ ਦਿਓ। ਜਿਸ ਮਾਪ ਨਾਲ ਤੁਸੀਂ ਦਿੰਦੇ ਹੋ ਉਸੇ ਮਾਪ ਨਾਲ ਤੁਹਾਨੂੰ ਦਿੱਤਾ ਜਾਵੇਗਾ, ਉਸ ਤੋਂ ਵੀ ਜ਼ਿਆਦਾ ਤੁਹਾਨੂੰ ਦਿੱਤਾ ਜਾਵੇਗਾ। ਕਿਉਂਕਿ ਜਿਸ ਦੇ ਕੋਲ ਹੈ ਉਸ ਨੂੰ ਹੋਰ ਵੀ ਦਿੱਤਾ ਜਾਵੇਗਾ, ਅਤੇ ਜਿਸ ਦੇ ਕੋਲ ਨਹੀਂ ਹੈ ਉਸ ਕੋਲੋਂ ਉਹ ਵੀ ਲੈ ਲਿਆ ਜਾਵੇਗਾ ਜੋ ਕੁਝ ਉਸ ਦੇ ਕੋਲ ਹੈ। ਵੱਧਦੇ ਫੁੱਲਦੇ ਬੀਜ ਦੀ ਤਮਸੀਲ। ਯੀਸ਼ੂ ਨੇ ਕਿਹਾ, ਖੁਦਾ ਦਾ ਰਾਜ ਇਸ ਤਰ੍ਹਾਂ ਦਾ ਹੈ ਜਿਵੇਂ ਕਿ ਕੋਈ ਆਦਮੀ ਜ਼ਮੀਨ ਵਿੱਚ ਬੀਜ ਦਾ ਛੱਟਾ ਦਿੰਦਾ ਹੈ, ਅਤੇ ਉਹ ਸੌਂਦਾ ਤੇ ਜਾਗਦਾ ਹੈ। ਰਾਤੀ ਅਤੇ ਦਿਨ ਬੀਜ ਉਗਦਾ ਹੈ ਅਤੇ ਵੱਧਦਾ ਜਾਂਦਾ ਹੈ, ਅਤੇ ਆਦਮੀ ਨਹੀਂ ਜਾਣਦਾ ਕਿ ਇਹ ਕਿਸ ਤਰ੍ਹਾਂ ਹੁੰਦਾ ਹੈ। ਜ਼ਮੀਨ ਆਪਣੇ ਆਪ ਫਸਲ ਪੈਦਾ ਕਰਦੀ ਹੈ, ਪਹਿਲਾਂ ਕਰੂੰਬਲਾਂ, ਫਿਰ ਸਿੱਟੇ, ਅਤੇ ਫਿਰ ਸਿੱਟਿਆਂ ਵਿੱਚ ਪੂਰੇ ਦਾਣੇ। ਪਰ ਜਦੋਂ ਫਸਲ ਪੱਕ ਜਾਂਦੀ ਹੈ ਤਾਂ ਉਹ ਤੁਰੰਤ ਦਾਤਰੀ ਚਲਾਉਂਦਾ ਹੈ, ਕਿਉਂਕਿ ਵਾਢੀ ਦਾ ਸਮਾਂ ਆ ਗਿਆ ਹੈ। ਰਾਈ ਦੇ ਬੀਜ ਦੀ ਤਮਸੀਲ। ਉਸਨੇ ਕਿਹਾ, ਖੁਦਾ ਦੇ ਰਾਜ ਦੀ ਤੁਲਨਾ ਅਸੀਂ ਕਿਸ ਨਾਲ ਕਰੀਏ, ਜਾਂ ਇਸ ਦੇ ਲਈ ਅਸੀਂ ਕਿਹੜੀ ਤਮਸੀਲ ਵਰਤੀਏ। ਇਹ ਰਾਈ ਦੇ ਬੀਜ ਵਰਗਾ ਹੈ ਜੋ ਜ਼ਮੀਨ ਵਿੱਚ ਜਦੋਂ ਬੀਜਿਆ ਜਾਂਦਾ ਹੈ ਤਾਂ ਧਰਤੀ ਦੇ ਸਭ ਬੀਜਾਂ ਤੋਂ ਛੋਟਾ ਹੈ। ਫਿਰ ਵੀ ਜਦੋਂ ਉਹ ਬੀਜਿਆ ਜਾਂਦਾ ਹੈ ਤਾਂ ਉਹ ਵੱਧ ਜਾਂਦਾ ਹੈ ਅਤੇ ਸਭ ਬੂਟਿਆਂ ਨਾਲੋਂ ਵੱਡਾ ਹੋ ਜਾਂਦਾ ਹੈ, ਅਤੇ ਉਸ ਦੀਆਂ ਟਹਿਣੀਆਂ ਇੰਨੀਆਂ ਵੱਡੀਆਂ ਹੋ ਜਾਂਦੀਆਂ ਹਨ ਕਿ ਆਕਾਸ਼ ਦੇ ਪੰਛੀ ਉਸ ਦੀ ਛਾਂ ਵਿੱਚ ਆਲਣੇ ਬਣਾ ਸਕਦੇ ਹਨ। ਤਮਸੀਲਾਂ ਦੀ ਵਰਤੋਂ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਤਮਸੀਲਾਂ ਨਾਲ, ਜਿਸ ਤਰ੍ਹਾਂ ਲੋਕ ਸੁਣਨ ਦੇ ਯੋਗ ਸਨ, ਯੀਸ਼ੂ ਨੇ ਉਹਨਾਂ ਨੂੰ ਵਚਨ ਸੁਣਾਇਆ। ਤਮਸੀਲ ਦੇ ਬਿਨਾਂ ਉਸਨੇ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ, ਪਰੰਤੂ ਆਪਣੇ ਚੇਲਿਆਂ ਨੂੰ ਇਕੱਲਿਆਂ ਉਹ ਸਭ ਕੁਝ ਸਮਝਾਉਂਦਾ ਸੀ। ਸਮੁੰਦਰੀ ਤੂਫਾਨ ਨੂੰ ਸ਼ਾਂਤ ਕਰਨਾ। ਉਸ ਦਿਨ ਜਦੋਂ ਸ਼ਾਮ ਹੋ ਗਈ ਤਾਂ ਯੀਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, ਅਸੀਂ ਉਸ ਪਾਰ ਚੱਲੀਏ, ਅਤੇ ਭੀੜ ਨੂੰ ਛੱਡ ਕੇ ਚੇਲੇ ਉਸ ਨੂੰ ਜਿਸ ਤਰ੍ਹਾਂ ਉਹ ਸੀ ਉਸੇ ਤਰ੍ਹਾਂ ਆਪਣੇ ਨਾਲ ਕਿਸ਼ਤੀ ਵਿੱਚ ਲੈ ਗਏ। ਹੋਰ ਵੀ ਕਿਸ਼ਤੀਆਂ ਉਸ ਦੇ ਨਾਲ ਸਨ। ਤਦ ਹਵਾ ਦਾ ਇੱਕ ਵੱਡਾ ਤੂਫਾਨ ਚੜ੍ਹ ਆਇਆ ਅਤੇ ਲਹਿਰਾਂ ਕਿਸ਼ਤੀ ਨਾਲ ਟਕਰਾਉਣ ਲੱਗ ਪਈਆਂ। ਇਸ ਲਈ ਕਿਸ਼ਤੀ ਪਾਣੀ ਨਾਲ ਭਰ ਚੱਲੀ ਸੀ, ਪਰ ਉਹ ਕਿਸ਼ਤੀ ਦੇ ਪਿਛਲੇ ਹਿੱਸੇ ਵਿੱਚ ਗੱਦੀ ਉੱਤੇ ਸੁੱਤਾ ਪਿਆ ਸੀ। ਚੇਲਿਆਂ ਨੇ ਉਸ ਨੂੰ ਜਗਾਇਆ ਅਤੇ ਕਿਹਾ, ਗੁਰੂ ਜੀ, ਤੁਹਾਨੂੰ ਕੋਈ ਫਿਕਰ ਨਹੀਂ ਜੋ ਅਸੀਂ ਗਰਕ ਹੋ ਰਹੇ ਹਾਂ। ਉਹ ਜਾਗ ਗਿਆ ਅਤੇ ਉਸਨੇ ਹਵਾ ਨੂੰ ਡਾਂਟਿਆ ਅਤੇ ਸਮੁੰਦਰ ਨੂੰ ਕਿਹਾ, ਸ਼ਾਂਤ ਹੋ, ਥੰਮ ਜਾ। ਹਵਾ ਬੰਦ ਹੋ ਗਈ ਅਤੇ ਸਭ ਸ਼ਾਂਤ ਹੋ ਗਿਆ। ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਕਿਉਂ ਡਰਦੇ ਸੋ? ਕੀ ਤੁਹਾਡੇ ਵਿੱਚ ਅਜੇ ਵੀ ਈਮਾਨ ਨਹੀਂ ਹੈ? ਉਹ ਖੌਫ ਨਾਲ ਭਰ ਗਏ ਅਤੇ ਆਪਸ ਵਿੱਚ ਕਹਿਣ ਲੱਗੇ, ਆਖਰ ਇਹ ਕੌਣ ਹੈ ਕਿ ਹਵਾ ਅਤੇ ਸਮੁੰਦਰ ਵੀ ਇਸ ਦਾ ਹੁਕਮ ਮੰਨਦੇ ਹਨ।